ਪਿੰਡ ਦੇ ਸਾਰੇ ਸਿੱਖ ਵੰਡ ਵੇਲੇ ਪਿੰਡ ਛੱਡ ਗਏ। ਉਹਨਾਂ ਨੂੰ ਲੈਣ ਗੱਡੀ 'ਤੇ ਚਾੜ੍ਹਨ ਸਾਰਾ ਪਿੰਡ ਆਇਆ, ਪਰ ਉਹ ਸਾਰੇ ਸਿੱਖ ਪਰਿਵਾਰ ਪਿੰਡ ਨਾ ਛੱਡ ਸਕੇ। ਕੁਝ ਉਹਨਾਂ ਦੇ ਆਪਣੇ ਪਿੰਡ ਵਿੱਚ ਹੀ ਨੇਜ਼ਿਆਂ ਵਿੱਚ ਪਰੋ ਦਿੱਤੇ ਗਏ। ਨਾਨੀ ਕੋਲੋਂ ਬਚਪਨ ਵਿੱਚ ਸੁਣੀ ਇਹ ਕਹਾਣੀ ਜਵਾਨ ਹੋ ਕੇ ਮੇਰੀ ਪਹਿਲੀ ਕਹਾਣੀ ਬਣੀ ਕਿ ਜਿਹੜੀ ਕਿਸੇ ਪਰਚੇ ਵਿੱਚ ਛਪੀ ਹੋਵੇ। ਲਹਿੰਦੇ ਪੰਜਾਬ ਦੇ ਜਵਾਨੀ ਚੜ੍ਹਦੇ ਕੁੜੀਆਂ ਮੁੰਡੇ ਉਰਦੂ ਵਿੱਚ ਹੀ ਸ਼ਾਇਰੀ ਜਾਂ ਨਸਰ ਲਿਖਦੇ ਨੇ, ਔਰ ਮੈਂ ਵੀ ਇਹੋ ਕੀਤਾ। ਸ਼ਾਇਰੀ ਦੀ ਢੇਰ ਕੋਸ਼ਿਸ਼ ਕੀਤੀ, ਪਰ ਅੱਜ ਤਾਈਂ ਇੱਕ ਵੀ ਸ਼ੇਰ ਉਰਦੂ ਵਿੱਚ ਨਹੀਂ ਕਹਿ ਸਕਿਆ। ਉਰਦੂ ਦੇ ਅਫਸਾਨੇ ਲਿਖਦਿਆਂ ਔਰ ਲਾਹੌਰ ਦੀਆਂ ਅਦਬੀ ਮਹਿਫਲਾਂ ਵਿੱਚ ਪੜ੍ਹਦਿਆਂ ਕੁਝ ਅਰਸਾ ਹੋ ਗਿਆ ਸੀ, ਪਰ ਸਿਆਲਕੋਟ ਦੇ ਇੱਕ ਵੱਡੇ ਪਿੰਡ ਗੁੰਨਾ ਕਲਾਂ ਯਾਨੀ ਵੱਡੇ ਗੁੰਨੇ ਤੋਂ ਟੁਰਿਆ ਇੱਕ ਮੁੰਡਾ ਜਦੋਂ ਲਾਹੌਰ ਦੇ ਸ਼ਾਇਰਾਂ ਅਦੀਬਾਂ ਨਾਲ ਮਿਲਿਆ ਤੇ ਉਹਦੀ ਉਰਦੂ ਸਾਫ਼ ਨਹੀਂ ਸੀ ਤੇ ਉਹ ਪੰਜਾਬੀ ਲਹਿਜੇ ਦੀ ਉਰਦੂ ਬੋਲਦਾ ਸੀ। ਮੁੜ ਢੇਰ ਕੋਸ਼ਿਸ਼ ਕਰ ਉਸ ਆਪਣੀ ਉਰਦੂ ਥੋੜ੍ਹੀ ਸੋਧ ਲਈ, ਪਰ ਹੁਣ ਕਹਾਣੀ ਕੁਝ ਹੋਰ ਸੀ। ਕਹਾਣੀਕਾਰੀ ਨਾਲ ਜੁੜਨ ਤੋਂ ਬਾਅਦ ਉਹਨੂੰ ਲੱਗਾ ਕਿ ਜਿਵੇਂ ਕਿਸੇ ਸ਼ੈ ਦਾ ਘਾਟਾ ਜਿਹਾ ਰਹਿ ਜਾਂਦਾ ਹੈ। ਅਦਬੀ ਹਲਕਿਆਂ ਦੇ ਦਿੱਗਜ ਲੇਖਕ ਵੀ ਆਖਦੇ ਨੇ ਕਿ ਲਿਖਤ ਵਧੀਆ ਹੈ, ਔਰ ਪਰਚੇ ਵਾਲੇ ਛਾਪ ਵੀ ਦਿੰਦੇ ਨੇ, ਪਰ ਲਿਖਣ ਵਾਲੇ ਨੂੰ ਕੋਈ ਸ਼ੈ ਗਵਾਚੀ ਲੱਗਦੀ ਹੈ। ਇਸੇ ਮੁੰਡੇ ਨੂੰ ਇੱਕ ਦਿਨ ਖਿਆਲ ਆਇਆ ਕਿ ਜਿਵੇਂ ਕਹਾਣੀ ਉਤਰਦੀ ਤੇ ਪੰਜਾਬੀ ਜ਼ੁਬਾਨ ਵਿੱਚ, ਮੁੜ ਉਸ ਨੂੰ ਉਰਦੂ ਦਾ ਤਰਜਮਾ ਕਰਨਾ ਪੈਂਦਾ ਹੈ। ਉਰਦੂ ਦੇ ਅੱਖਰ ਇਕੱਠੇ ਕਰਨੇ ਪੈਂਦੇ ਨੇ ਜਿਹੜੇ ਆਮ ਵਰਤਾਓ ਵਿੱਚ ਹੁੰਦੇ ਹੀ ਨਹੀਂ। ਕਿਉਂ ਨਾ ਉਸੇ ਬੋਲੀ ਵਿੱਚ ਲਿਖਿਆ ਜਾਵੇ ਕਿ ਜਿਸ ਵਿੱਚ ਕਹਾਣੀ ਉਤਰਦੀ ਹੈ। ਹੋ ਸਕਦਾ ਹੈ ਕਹਾਣੀ ਆਪਣੀ ਪੂਰੀ ਸ਼ਿੱਦਤ ਨਾਲ ਪੜ੍ਹਨ ਵਾਲਿਆਂ ਤੱਕ ਅੱਪੜ ਜਾਏ। ਪਰ ਪੰਜਾਬੀ ਤਾਂ ਕਦੇ ਲਿਖੀ ਸੀ ਤੇ ਨਾ ਕਿਸੇ ਲਿਖਣਾ ਸਿਖਾਈ ਸੀ ਅਤੇ ਨਾ ਪੜ੍ਹਾਈ ਸੀ। ਸਕੂਲ ਵਿੱਚ ਪੰਜਾਬੀ ਵਰਤਣ ਤੇ ਡੰਡਾ ਸੋਟਾ ਵੀ ਚੱਲ ਸਕਦਾ ਸੀ, ਔਰ ਇਹ ਕਹਾਣੀ ਲਹਿੰਦੇ ਪੰਜਾਬ ਦੇ ਕਰੋੜਾਂ ਪੰਜਾਬੀ ਬਾਲਾਂ ਦੀ ਹੈ। ਹਿੰਮਤ ਕਰਕੇ ਅੱਖਰ ਜੋੜਨੇ ਸ਼ੁਰੂ ਕੀਤੇ। ਪਾਕਿਸਤਾਨ ਵਿੱਚ ਉਰਦੂ ਤੇ ਪੰਜਾਬੀ ਦੋਵੇਂ ਫਾਰਸੀ ਦੇ ਅੱਖਰ ਵਰਤ ਕੇ ਲਿਖੀਆਂ ਜਾਂਦੀਆਂ ਨੇ, ਇਸ ਕਰਕੇ ਬਹੁਤੀ ਮੁਸ਼ਕਿਲ ਪੇਸ਼ ਨਾ ਆਈ, ਔਰ ਪਹਿਲੀ ਪੰਜਾਬੀ ਕਹਾਣੀ ਪਹਿਲੀ ਰੋਟੀ ਦੇ ਨਾਮ ਤੋਂ ਲਿਖੀ ਗਈ, ਔਰ ਇਹੋ ਕਹਾਣੀ ਪ੍ਰੋਫੈਸਰ ਰਘਬੀਰ ਸਿੰਘ ਹੋਰਾਂ ਦੇ ਸਿਰਜਣਾ ਵਿੱਚ ਵੀ ਛਪ ਗਈ। ਲਾਹੌਰੀ ਅਦੀਬਾਂ ਦੀ ਹੱਲਾਸ਼ੇਰੀ ਦਿੱਤੀ ਕਿ ਪੰਜਾਬੀ ਵਿੱਚ ਤੇਰੀ ਲਿਖਤ ਹੋਰ ਭਰਵੀਂ ਹੈ। ਉਸ ਤੋਂ ਬਾਅਦ ਉਰਦੂ ਦਾ ਸ਼ਾਇਦ ਹੀ ਕੋਈ ਹੋਰ ਅਫਸਾਨਾ ਲਿਖਿਆ ਹੋਵੇ। ਉਰਮਿਲਾ ਆਨੰਦ ਯਾਦਗਾਰੀ ਇਨਾਮ 2022 ਲਈ ਚੁਣਿਆ ਜਾਣਾ, ਔਰ ਫਿਰ ਇੱਕ ਐਸੀ ਕਹਾਣੀ ਦਾ ਕਿ ਜਿਸ ਨੂੰ ਲਿਖਦਿਆਂ ਔਰ ਲੋਕਾਂ ਨੂੰ ਸੁਣਾਉਂਦਿਆਂ ਮੈਂ ਬਹੁਤ ਘਾਬਰਿਆ ਸਾਂ ਕਿ ਖੌਰੇ ਸਾਡੇ ਪੰਜਾਬ ਦੇ ਵਸਨੀਕ ਬਦਲ ਚੁੱਕੀ ਹੋਈ ਦੁਨੀਆ ਦੇ ਬਾਵਜੂਦ ਕੀ ਆਖਣਗੇ। ਮੁੜ ਸੋਚਿਆ ਕਿ ਜੇ ਇਹ ਕਹਾਣੀ ਅੱਜ ਨਾ ਲਿਖੀ ਗਈ ਤੇ ਕੁਝ ਵਰ੍ਹਿਆਂ ਬਾਅਦ ਮੈਂ ਵੀ ਪਿਛਲੀ ਪੀੜ੍ਹੀ ਬਣ ਜਾਵਾਂਗਾ ਤੇ ਖੌਰੇ ਉਸ ਵੇਲੇ ਮੇਰੇ ਤੇ ਵੀ ਕੁਝ ਹੋਰ ਤਰ੍ਹਾਂ ਦੀ ਬਜ਼ੁਰਗੀ ਛਾ ਜਾਏ, ਔਰ ਇਹ ਕਹਾਣੀ ਕਦੇ ਵੀ ਨਾ ਲਿਖੀ ਜਾ ਸਕੇ। ਖੁਸ਼ ਵੀ ਹਾਂ ਤੇ ਧੰਨਵਾਦੀ ਵੀ ਕਿ ਸ਼ਾਇਦ ਸਾਰੇ ਹੀ ਚੁਣੇ ਗਏ ਕਹਾਣੀਕਾਰਾਂ ਵਿੱਚੋਂ ਉਮਰ ਦੇ ਹਿਸਾਬ ਨਾਲ ਸਭ ਤੋਂ ਨਿੱਕਾ ਹਾਂ। ਤੇ ਜੇ ਗੱਲ ਕਰਾਂ ਚੁਣੀ ਗਈ ਕਹਾਣੀ ਬਾਰੇ ਤੇ ਇੰਨਾ ਆਖਾਂਗਾ ਕਿ ਜ਼ਿੰਦੜੀ ਕਦੇ ਵੀ ਕਾਲੇ ਚਿੱਟੇ ਵਿੱਚ ਨਹੀਂ ਹੋ ਸਕਦੀ। ਧੁੰਦਲਾ ਜਿਹਾ ਬਥੇਰਾ ਹਿੱਸਾ ਸਾਡੇ ਨਾਲ ਹੈ। ਇਨਸਾਨ ਗੁੰਝਲਦਾਰ ਹੈ, ਇਹਦੀਆਂ ਗੁੰਝਲਾਂ ਨਾ ਉਹ ਆਪ ਸਮਝ ਸਕਦਾ ਹੈ ਤੇ ਨਾ ਉਹਦੇ ਵਰਗਾ ਕੋਈ ਹੋਰ ਇਹ ਤੰਦ ਸਿੱਧੀ ਕਰ ਸਕਦਾ ਹੈ। ਬਾਜ਼ ਵੇਲੇ ਅਸੀਂ ਇਨਸਾਨ ਉਹ ਕੁਝ ਕਰਨੇ ਆ ਕਿ ਜਿਸ ਦਾ ਸਾਨੂੰ ਆਪ ਪਤਾ ਨਹੀਂ ਹੁੰਦਾ ਕਿ ਕਿਉਂ ਕੀਤਾ। ਇਨਸਾਨਾਂ ਨੂੰ ਹੀਰੋ ਤੇ ਵਿਲਨ ਵਿੱਚ ਵੰਡਣਾ ਸੌਖਾ ਹੈ, ਪਰ ਅਸੀਂ ਇਹ ਸਭ ਕੁਝ ਕਿਉਂ ਕਰਦੇ ਜਾਂਦੇ ਹਾਂ, ਨਹੀਂ ਜਾਣ ਪਾਵਾਂਗੇ। ਤਪਦੀ ਛਾਂ ਦਾ ਦਾਦਾ ਤੁਹਾਡੇ ਤੇ ਮੇਰੇ ਵਰਗਾ ਮਨੁੱਖ ਹੈ। ਪੋਤਰਾ ਵੀ ਤੁਹਾਡੇ ਤੇ ਮੇਰੇ ਬਾਲਪੁਣੇ ਦੀ ਯਾਦ ਦਿਵਾਉਂਦਾ ਹੈ, ਪਰ ਖੂਨੀ ਰਿਸ਼ਤਿਆਂ ਵਿੱਚ ਕੀ ਕੁਝ ਹੋ ਸਕਦਾ ਹੈ ਔਰ ਹੋ ਰਿਹਾ ਹੈ, ਇਸ ਬਾਰੇ ਬਹੁਤੀ ਵਾਰ ਗੱਲ ਕਰਦੇ ਹਾਂ ਅਸੀਂ ਸੰਗ ਜਾਂਦੇ ਹਾਂ। ਤਸਵੀਰ ਦੇ ਦੋ ਰੁੱਖਾਂ ਤੋਂ ਅੱਡ ਵੀ ਇੱਕ ਰੁੱਖ ਹੋ ਸਕਦਾ ਹੈ। ਇਹ ਕਹਾਣੀ ਉਸੇ ਰੁੱਖ ਤੋਂ ਦੁਨੀਆ ਵੇਖਣ ਦੀ ਇੱਕ ਕਾਵਿਸ਼ ਹੈ। ਕੋਸ਼ਿਸ਼ ਹੈ ਕਿ ਕਹਾਣੀ ਦੇ ਪਾਤਰਾਂ ਦਾ ਫੈਸਲਾ ਕਹਾਣੀਕਾਰ ਨਾ ਕਰੇ। ਉਹ ਚੰਗੇ ਹਨ ਜਾਂ ਮਾੜੇ, ਇਸ ਬਾਰੇ ਕਹਿਣਾ ਔਖਾ ਹੈ। ਉਹ ਜਿਵੇਂ ਦੇ ਵੀ ਹਨ, ਇੱਕ ਹਕੀਕਤ ਦੀ ਤਰ੍ਹਾਂ ਸਾਹਮਣੇ ਆਵਣ ਔਰ ਗੁੰਝਲਦਾਰ ਡੋਰ ਨੂੰ ਹੋਰ ਗੁੰਝਲ ਪਾਉਂਦੇ ਸਾਡੇ ਸਭ ਦੇ ਸਾਹਮਣੇ ਲੰਘ ਜਾਵਣ ਤੇ ਅਸੀਂ ਉਹਨਾਂ ਦੀ ਤੰਦ ਲੱਭਦੇ ਰਹਿ ਜਾਈਏ। ਸੱਚਾ ਤੇ ਸੁੱਚਾ ਸੁਲੇਖ ਕਦੇ ਵੀ ਨਫ਼ਰਤ ਨਹੀਂ ਖਿਲਾਰਦਾ। ਪੰਜਾਬੀ ਸੁਲੇਖ ਹੀ ਖੌਰੇ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਇੱਕ ਦੂਜੇ ਦੇ ਨੇੜੇ ਲੈ ਆਏ। ਇੰਨਾ ਨੇੜੇ ਕਿ ਕਦੇ ਵੀ ਕੋਈ ਤਲਵਾਰ ਚੁੱਕ ਕੇ ਆਪਣਿਆਂ ਦਾ ਗਾਟਾ ਨਾ ਵੱਢੇ। ਸੁਕੀਰਤ ਆਨੰਦ ਜੀ ਆਪਣੇ ਵਡਕਿਆਂ ਦੇ ਪੈਰਾਂ ਉੱਤੇ ਪੈਰ ਧਰਦਿਆਂ ਹੋਇਆਂ
ਅੱਜ ਵੀ ਪ੍ਰੀਤਨਗਰ ਦੀ ਪ੍ਰੀਤ ਨੂੰ ਵਾਪਸ ਲਿਆਉਣ ਦੇ ਯਤਨ ਕਰ ਰਹੇ ਨੇ, ਔਰ ਸਾਨੂੰ ਸਭ ਨੂੰ ਉਹਨਾਂ ਦਾ ਬਾਂਹ-ਬੇਲੀ ਬਣਨਾ ਚਾਹੀਦਾ ਹੈ। ਮਨ ਵਿੱਚ ਰਹਿ ਗਈ ਕਿ ਕਦੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਹੁੰਦਿਆਂ ਹੋਇਆਂ ਦੁਹਰਾਉਂਦਾ, ਪਰ ਬਾਰਡਰ ਦੀ ਉਹ ਲੀਕ ਜਿਹਦੇ ਕਰਕੇ ਅੱਜ ਵੀ ਲੋਕਾਂ ਦੇ ਕਲੇਜੇ ਚੀਰੇ ਜਾਂਦੇ ਨੇ। ਮੈਂ ਜੇ ਲੈਂਦੇ ਪੰਜਾਬ ਦੀ ਚੌਥੀ ਪੀੜ੍ਹੀ ਦੇ ਮੁੰਡੇ ਨੂੰ ਉਹ ਲੀਕ ਖੌਰੇ ਖੈਰ ਨਾ ਪਾਵੇ, ਪਰ ਆਸ ਰੱਖਣ ਨਾਲ ਜ਼ਿੰਦੜੀ ਸੌਖੀ ਰਹਿੰਦੀ। ਇਸ ਵਾਰ ਨਾ ਸਹੀ, ਪਰ ਖੌਰੇ ਜ਼ਿੰਦਗੀ ਦੇ ਕਿਸੇ ਹੋਰ ਪੜਾਅ ਵਿੱਚ ਇਹ ਕੰਡਿਆਲੀ ਲੀਕ ਜ਼ਰੂਰ ਟੱਪ ਪਾਵਾਂਗਾ ਅਤੇ ਆਪਣੇ ਵਰਗਿਆਂ ਨਾਲ ਰਲ ਬੈਠਾਂਗਾ। ਆਸ ਇਹ ਵੀ ਹੈ ਕਿ ਕਹਾਣੀਕਾਰੀ ਅਤੇ ਪੱਤਰਕਾਰੀ ਦੇ ਇਹ ਅਵਾਰਡ ਵਧੀਆ ਸੁਲੇਖ ਅਤੇ ਸੱਚੀ ਪੱਤਰਕਾਰੀ ਦੇ ਵਧਾਅ ਲਈ ਆਪਣਾ ਯੋਗਦਾਨ ਦਿੰਦੇ ਰਹਿਣਗੇ। ਧੰਨਵਾਦ।